ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮਿਲ USA TV ਤੇ ਮੈਂ ਸੁਰਬੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ ਆਨ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਗ੍ਰੀਨ ਕਾਰਡ ਵਾਲਿਆਂ ਨੂੰ ਅਮਰੀਕਾ ਦੀ ਸਖਤ ਚੇਤਾਵਨੀ, ਥੋੜੀ ਜਿਹੀ ਗਲਤੀ ਕੀਤੀ ਤਾਂ ਖੋਈ ਜਾ ਸਕਦੀ ਹੈ ਨਾਗਰਿਕਤਾ। ट्रंप ਨੂੰ ਮਿਲੀ ਡਰੋਨ ਹਮਲੇ ਦੀ ਧਮਕੀ, ਈਰਾਨੀ ਸੀਨੀਅਰ ਅਧਿਕਾਰੀ ਦਾ ਵੱਡਾ ਬਿਆਨ। ਪੰਜਾਬੀ ਵਾਲੀ ਗੁੱਡ ਨਿਊਜ਼, ਹੁਣ ਆਦਮਪੁਰ 에ਅਰਪੋਰਟ ਤੋਂ ਹੋਰ ਫਲਾਈਟਾਂ ਹੋਈਆਂ ਸ਼ੁਰੂ। ਡੰਕੀ ਰੂਟ ਮਾਮਲੇ 'ਚ ਈਡੀ ਨੇ ਪੰਜਾਬ ਤੇ ਹਰਿਆਣਾ 'ਚ 11 ਥਾਵਾਂ ਤੇ ਮਾਰੇ ਛਾਪੇ। ਵਡੋਦਰਾ ਬ੍ਰਿਜ ਮਾਮਲਾ, ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 13। 45 ਸਾਲਾਂ 'ਚ ਡਾਲਰ ਦਾ ਹੋਇਆ ਸਭ ਤੋਂ ਮਾੜਾ ਹਾਲ। ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਅਮਰੀਕਾ ਵਿੱਚ ਰਹਿਣ ਵਾਲੇ ਗ੍ਰੀਨ ਕਾਰਡ ਧਾਰਕਾਂ ਲਈ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। US ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਗ੍ਰੀਨ ਕਾਰਡ ਧਾਰਕਾਂ ਨੂੰ ਸਖਤ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਹਾਡੇ ਰਿਕਾਰਡ ਵਿੱਚ ਕੋਈ ਪੁਰਾਣਾ ਗਲਤ ਕੰਮ ਜਾਂ ਅਪਰਾਧਿਕ ਇਤਿਹਾਸ ਹੈ ਤਾਂ ਤੁਹਾਡਾ ਗ੍ਰੀਨ ਕਾਰਡ ਰੱਦ ਕੀਤਾ ਜਾ ਸਕਦਾ ਹੈ। ਇੰਨਾ ਹੀ ਨਹੀਂ, ਤੁਹਾਨੂੰ ਅਮਰੀਕਾ ਵਿੱਚ ਦਾਖਲ ਹੁੰਦੇ ਸਮੇਂ ਹਿਰਾਸਤ ਵਿੱਚ ਵੀ ਲਿਆ ਜਾ ਸਕਦਾ ਹੈ। स्पष्ट तौर पर कहा गया है कि ग्रीन कार्ड होना अधिकार नहीं है, सगों एक विशेष अधिकार है। इस CBP वालों कहा गया सी। CBP का कहना है कि अमरीकी इमीग्रेशन कानून सरकार नूं उन्हां ग्रीन कार्ड धारकां दा दर्जा खोण दा पूरा अधिकार दिंदे हन जिन्हां ने किसी भी तरीके नाल कानून नूं तोड़िया है, भावें ਇਹ ਇੱਕ ਵੱਡਾ ਅਪਰਾਧ ਹੋਵੇ ਜਿਵੇਂ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਜਾਂ ਛੋਟੀ ਜਿਹੀ ਗਲਤੀ। ਹੁਣ ਹਰ ਕਿਸੇ ਦੀ ਸਖਤੀ ਨਾਲ ਜਾਂਚ ਕੀਤੀ ਜਾਵੇਗੀ। ਜੇਕਰ ਤੁਸੀਂ ਅਮਰੀਕਾ ਦੇ ਕਿਸੇ ਵੀ ਐਂਟਰੀ ਪੁਆਇੰਟ ਤੇ ਪਹੁੰਚਦੇ ਹੋ ਅਤੇ ਤੁਹਾਡੇ ਰਿਕਾਰਡ ਵਿੱਚ ਕੁਝ ਗਲਤ ਹੁੰਦਾ ਹੈ ਤਾਂ ਤੁਹਾਨੂੰ ਲਾਜ਼ਮੀ ਹਿਰਾਸਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਯਾਨੀ ਤੁਹਾਨੂੰ ਬਿਨਾਂ ਦੇਰੀ ਦੇ ਹਿਰਾਸਤ ਵਿੱਚ ਲਿਆ ਜਾਵੇਗਾ। ਇਸ ਚੇਤਾਵਨੀ ਨੇ ਗ੍ਰੀਨ ਕਾਰਡ ਧਾਰਕਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਕਈ ਲੋਕ ਜੋ ਸਾਲਾਂ ਤੋਂ ਅਮਰੀਕਾ ਵਿੱਚ ਵਸੇ ਹੋਏ ਹਨ ਹੁਣ ਡਰ ਗਏ ਹਨ। ਆਲੋਚਕਾਂ ਦਾ ਕਹਿਣਾ ਹੈ ਕਿ CBP ਦੀ ਇਹ ਭਾਸ਼ਾ ਚੇਤਾਵਨੀ ਘੱਟ ਅਤੇ ਡਰੋਨ ਵਰਗੀ ਜ਼ਿਆਦਾ ਲੱਗ ਰਹੀ ਹੈ। ਲੋਕ ਇਹ ਸਵਾਲ ਉਠਾ ਰਹੇ ਹਨ ਕਿ ਕੀ ਗ੍ਰੀਨ ਕਾਰਡ ਨੂੰ ਹੁਣ ਸੱਚਮੁੱਚ ਸਥਾਈ ਮੰਨਿਆ ਜਾਵੇਗਾ ਜਾਂ ਇਹ ਸਿਰਫ ਸ਼ਰਤਾਂ ਵਾਲਾ ਦਰਜਾ ਬਣ ਗਿਆ ਹੈ। CBP ਦਾ ਇਹ ਰਵੱਈਆ ਦਰਸਾਉਂਦਾ ਹੈ ਕਿ ਅਮਰੀਕਾ ਹੁਣ ਗ੍ਰੀਨ ਕਾਰਡ ਬਾਰੇ ਪਹਿਲਾਂ ਵਾਂਗ ਨਰਮ ਨਹੀਂ ਰਹੇਗਾ। US ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਯਾਨੀ ਕਿ INA ਸਪਸ਼ਟ ਤੌਰ ਤੇ ਕਹਿੰਦਾ ਹੈ ਕਿ ਗ੍ਰੀਨ ਕਾਰਡ ਧਾਰਕਾਂ ਨੂੰ ਕੁਝ ਅਪਰਾਧਾਂ ਲਈ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ, ਜਿਵੇਂ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ, ਧੋਖਾਧੜੀ ਜਾਂ ਘਰੇਲੂ ਹਿੰਸਾ। ਪਰ ਹੁਣ ਏਜੰਸੀਆਂ ਛੋਟੇ ਅਪਰਾਧਾਂ ਤੇ ਵੀ ਸਖਤੀ ਦਿਖਾ ਰਹੀਆਂ ਹਨ, ਯਾਨੀ ਜੇਕਰ ਤੁਹਾਡੇ ਪੁਰਾਣੇ ਰਿਕਾਰਡ ਵਿੱਚ ਇੱਕ ਛੋਟੀ ਜਿਹੀ ਗਲਤੀ ਵੀ ਦਰਜ ਹੈ ਤਾਂ ਇਹ ਤੁਹਾਡੇ ਲਈ ਸਮੱਸਿਆ ਬਣ ਸਕਦੀ ਹੈ। ਅਮਰੀਕਾ ਨੂੰ ਹਮੇਸ਼ਾ ਮੌਕਿਆਂ ਦੀ ਧਰਤੀ ਕਿਹਾ ਜਾਂਦਾ ਰਿਹਾ ਹੈ, ਪਰ CBP ਦੀ ਇਸ ਨਵੀਂ ਚੇਤਾਵਨੀ ਨੇ ਇਸ ਤੇ ਸਵਾਲ ਖੜੇ ਕੀਤੇ ਹਨ। ਲੱਖਾਂ ਗ੍ਰੀਨ ਕਾਰਡ ਧਾਰਕ ਜੋ ਦਹਾਕਿਆਂ ਤੋਂ ਅਮਰੀਕਾ ਵਿੱਚ ਰਹਿ ਰਹੇ ਹਨ, ਟੈਕਸ ਭਰ ਰਹੇ ਹਨ, ਸਖਤ ਮਿਹਨਤ ਕਰ ਰਹੇ ਹਨ, ਹੁਣ ਆਪਣੀਆਂ ਪੁਰਾਣੀਆਂ ਗਲਤੀਆਂ ਲਈ ਸਜ਼ਾ ਦਾ ਡਰ ਮਹਿਸੂਸ ਕਰ ਰਹੇ ਹਨ। ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੇ ਛੋਟੀਆਂ ਗਲਤੀਆਂ ਕੀਤੀਆਂ ਹਨ ਪਰ ਹੁਣ ਉਹਨਾਂ ਨੂੰ ਹਿਰਾਸਤ ਜਾਂ ਦੇਸ਼ ਨਿਕਾਲਾ ਮਿਲਣ ਦਾ ਖਤਰਾ ਪੈਦਾ ਹੋ ਗਿਆ। CBP ਦੀ ਇਸ ਸਖਤੀ ਨੇ ਗ੍ਰੀਨ ਕਾਰਡ ਧਾਰਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਨੂੰ ਹੋਰ ਵਧਾ ਦਿੱਤਾ ਹੈ। ਲੋਕ ਸੋਚ ਰਹੇ ਹਨ ਕਿ ਕੀ ਉਹਨਾਂ ਦਾ ਗ੍ਰੀਨ ਕਾਰਡ ਹੁਣ ਸੱਚਮੁੱਚ ਸੁਰੱਖਿਅਤ ਹੈ। ਇਹ ਸਵਾਲ ਪੈਦਾ ਹੋ ਰਿਹਾ ਹੈ। ਅਮਰੀਕੀ ਏਜੰਸੀਆਂ ਦੀ ਭਾਸ਼ਾ ਹੁਣ ਪਹਿਲਾਂ ਨਾਲੋਂ ਵਧੇਰੇ ਤਿੱਖੀ ਅਤੇ ਚੇਤਾਵਨੀ ਭਰੀ ਹੋ ਗਈ ਹੈ। ਇਹ ਸਵਾਲ ਹੁਣ ਹਰ ਕਿਸੇ ਦੇ ਮਨ ਵਿੱਚ ਹੈ ਕਿ ਕੀ ਗ੍ਰੀਨ ਕਾਰਡ ਹੁਣ ਇੱਕ ਸਥਾਈ ਪਛਾਣ ਹੈ ਜਾਂ ਕੁਝ ਸ਼ਰਤਾਂ ਤੇ ਦਿੱਤੀ ਗਈ ਛੋਟ ਹੈ। ਇਸ ਖਬਰ ਨੇ ਨਾ ਸਿਰਫ ਪ੍ਰਵਾਸੀ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ, ਸਗੋਂ ਲੋਕਾਂ ਨੂੰ ਇਹ ਸੋਚਣ ਲਈ ਵੀ ਮਜਬੂਰ ਕਰ ਦਿੱਤਾ ਹੈ ਕਿ ਅਮਰੀਕਾ ਦਾ ਪ੍ਰਵਾਸੀਆਂ ਪ੍ਰਤੀ ਰਵੱਈਆ ਹੁਣ ਕਿੰਨਾ ਬਦਲ ਗਿਆ ਹੈ। ਜਾਵੇਦ ਲਾਰੀਜਾਨੀ, ਜੋ ਕਿ ਈਰਾਨ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਮੇਨੀ ਦੇ ਕਰੀਬੀ ਸਲਾਹਕਾਰ ਅਤੇ ਇੱਕ ਪ੍ਰਮੁੱਖ ਰਾਜਨੀਤਿਕ ਹਸਤੀ ਹਨ, ਉਹਨਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਾਰਨ ਦੀ ਉੱਚ ਪੱਧਰੀ ਧਮਕੀ ਦਿੱਤੀ ਹੈ। ਲਾਰੀਜਾਨੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਟਰੰਪ ਹੁਣ ਆਪਣੇ ਫਲੋਰੀਡਾ ਨਿਵਾਸ ਮਾਰੇ-ਲਾਗੋ ਵਿੱਚ ਵੀ ਸੁਰੱਖਿਅਤ ਨਹੀਂ ਹਨ। ਉਹਨਾਂ ਨੇ ਸੰਕੇਤ ਦਿੱਤਾ ਕਿ ਜਦੋਂ ਟਰੰਪ ਮਾਰੇ-ਲਾਗੋ ਵਿੱਚ ਧੁੱਪ ਲੈ ਰਹੇ ਹੋਣਗੇ, ਇੱਕ ਛੋਟਾ ਡਰੋਨ ਆ ਕੇ ਉਹਨਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ। ਟਰੰਪ ਨੇ ਕੁਝ ਅਜਿਹਾ ਹੀ ਕੀਤਾ ਕਿ ਉਹ ਹੁਣ ਮਾਰੇ-ਲਾਗੋ ਵਿੱਚ ਧੁੱਪ ਨਹੀਂ ਲੈ ਸਕਦਾ। ਜਦੋਂ ਉਹ ਉੱਥੇ ਧੁੱਪ ਵਿੱਚ ਆਪਣੇ ਪੇਟ ਦੇ ਪਾਰ ਲੇਟਿਆ ਹੁੰਦਾ ਤਾਂ ਇੱਕ ਛੋਟਾ ਡਰੋਨ ਉਸਦੀ ਨਾਭੀ ਵਿੱਚ ਜਾ ਸਕਦਾ ਹੈ ਅਤੇ ਖੇਡ ਨੂੰ ਖਤਮ ਕਰ ਸਕਦਾ ਹੈ।
ਤੁਹਾਨੂੰ ਦੱਸਵਾ ਕਿ ਇਹ ਧਮਕੀ 2020 ਵਿੱਚ ਕਾਸਿਮ ਸੁਲੇਮਾਨੀ ਦੀ ਹੱਤਿਆ ਤੋਂ ਬਾਅਦ ਅਮਰੀਕਾ ਈਰਾਨ ਸੰਘਰਸ਼ ਦੇ ਤਾਜ਼ਾ ਵਧਾਅ ਨੂੰ ਦਰਸਾਉਂਦੀ ਹੈ। ਹਾਲ ਹੀ ਵਿੱਚ ਅਮਰੀਕਾ ਵੱਲੋਂ ਇਜ਼ਰਾਈਲ ਈਰਾਨ ਸੰਘਰਸ਼ ਵਿੱਚ ਛਾਲ ਮਾਰਨ ਅਤੇ ਈਰਾਨ ਦੇ 3 ਪਰਮਾਣੂ ਸਥਾਨਾਂ ਤੇ ਭਾਰੀ ਹਮਲੇ ਹੋਣ ਕਾਰਨ ਈਰਾਨ ਵਿੱਚ ਟਰੰਪ ਵਿਰੁੱਧ ਗੁੱਸਾ ਹੋਰ ਵੱਧ ਗਿਆ। ਇੱਕ ਭੀੜ ਫੰਡਿੰਗ ਪਲੇਟਫਾਰਮ ਵੱਲੋਂ ਟਰੰਪ ਦੀ ਹੱਤਿਆ ਲਈ $100 ਮਿਲੀਅਨ ਦੀ ਇਨਾਮ ਇਕੱਠਾ ਕਰਨ ਦਾ ਟੀਚਾ ਰੱਖਿਆ ਗਿਆ ਹੈ। 8 ਜੁਲਾਈ ਤੱਕ ਇਸ ਪਲੇਟਫਾਰਮ ਨੇ $27 ਮਿਲੀਅਨ ਤੋਂ ਵੱਧ ਇਕੱਠੇ ਕਰਨ ਦਾ ਦਾਅਵਾ ਕੀਤਾ ਹੈ। ਪਲੇਟਫਾਰਮ ਦਾ ਮਕਸਦ ਉਹਨਾਂ ਲੋਕਾਂ ਵਿਰੁੱਧ ਬਦਲਾ ਲੈਣਾ ਹੈ ਜੋ ਅਲੀ ਖਮੇਨੀ ਦਾ ਮਜ਼ਾਕ ਉਡਾਉਂਦੇ ਜਾਂ ਧਮਕੀਆਂ ਦਿੰਦੇ ਹਨ। ਹੋਰ ਧਮਕੀਆਂ 2020 ਵਿੱਚ ਸ਼ੀਆ ਧਾਰਮਿਕ ਆਗੂ ਗ੍ਰੈਂਡ ਅਯਾਤੁੱਲਾ ਨਾਸਿਰ ਮਕਾਰਮ ਸਿਰਾਜੀ ਨੇ ਵੀ ਟਰੰਪ ਵਿਰੁੱਧ ਫਤਵਾ ਜਾਰੀ ਕੀਤਾ ਸੀ। ਅਲ-ਕਾਇਦਾ ਨੇ ਵੀ ਟਰੰਪ ਅਤੇ ਅਮਰੀਕੀ ਉਪ ਰਾਸ਼ਟਰਪਤੀ ਜੈਡੀ ਵੈਂਸ ਨੂੰ ਮਾਰਨ ਦੀ ਧਮਕੀ ਦਿੱਤੀ ਸੀ। ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ IRGC ਯਾਨੀ ਕਿ ਇਰਾਨੀ ਰੈਵੋਲੂਸ਼ਨਰੀ ਗਾਰਡ ਕੋਰ ਟਰੰਪ ਦੀ ਹੱਤਿਆ ਦੀ ਯੋਜਨਾ ਬਣਾਉਣ ਵਿੱਚ ਸ਼ਾਮਲ ਸੀ। ਨਤੀਜਾ ਟਰੰਪ ਨੂੰ ਮਿਲ ਰਹੀਆਂ ਇਹ ਧਮਕੀਆਂ ਅਮਰੀਕੀ ਈਰਾਨ ਸੰਘਰਸ਼ ਵਿੱਚ ਨਵੇਂ ਟਕਰਾਅ ਦੀ ਪਹਿਚਾਣ ਹਨ। ਮਾਰੇ-ਲਾਗੋ ਵਿੱਚ ਟਰੰਪ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵੱਧ ਗਈ ਹੈ। ਇਹ ਧਮਕੀਆਂ ਅੰਤਰਰਾਸ਼ਟਰੀ ਰਾਜਨੀਤਿਕ ਤਣਾਅ ਅਤੇ ਵਿਅਕਤੀਗਤ ਸੁਰੱਖਿਆ ਦੇ ਮਾਮਲੇ ਵਿੱਚ ਗੰਭੀਰਤਾ ਲਿਆਉਂਦੀਆਂ ਹਨ। ਆਦਮਪੁਰ ਸਿਵਲ ਹਵਾਈ ਅੱਡੇ ਤੋਂ ਐਮਸਟਰਡਮ ਅਤੇ ਮੈਨਚੈਸਟਰ ਲਈ ਕਨੈਕਟਿੰਗ ਉਡਾਨਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਦੁਆਬਾ, ਲੁਧਿਆਣਾ, ਫਿਰੋਜ਼ਪੁਰ, ਗੁਰਦਾਸਪੁਰ, ਪਠਾਨਕੋਟ ਦੇ ਲੋਕਾਂ ਨੂੰ ਹੁਣ ਇਸ ਦਾ ਸਿੱਧਾ ਲਾਭ ਮਿਲੇਗਾ। ਪਿਛਲੇ ਹਫਤੇ 2 ਜੁਲਾਈ ਨੂੰ ਇੰਡੀਗੋ 에ਅਰਲਾਈਨਸ ਨੇ ਆਦਮਪੁਰ ਅਤੇ ਮੁੰਬਈ ਵਿਚਾਲੇ ਸਿੱਧੀ ਉਡਾਨ ਸ਼ੁਰੂ ਕੀਤੀ ਸੀ। ਹੁਣ ਇਸ ਉਡਾਨ ਦੇ ਨਾਲ ਅੰਤਰਰਾਸ਼ਟਰੀ ਸੁਵਿਧਾ ਵੀ ਦਿੱਤੀ ਗਈ ਹੈ। ਇਸ ਦੀ ਬੁਕਿੰਗ ਸ਼ੁਰੂ ਹੋ ਗਈ ਹੈ। ਦੋਵੇਂ ਅੰਤਰਰਾਸ਼ਟਰੀ ਫਲਾਈਟ ਹਫਤੇ ਵਿੱਚ 3 ਵਾਰ ਉਡਾਨ ਭਰੇਗੀ। ਡਾਇਰੈਕਟਰ ਪੁਸ਼ਪਿੰਦਰ ਨਿਰਾਲਾ ਨੇ ਇਸ ਬਾਰੇ ਕਿਹਾ ਕਿ 에ਅਰਲਾਈਨਸ ਨੇ ਜਲੰਧਰ ਤੋਂ ਕਨੈਕਟਿੰਗ ਫਲਾਈਟ ਜ਼ਰੀਏ ਅੰਤਰਰਾਸ਼ਟਰੀ ਸਹੂਲਤ ਦਿੱਤੀ ਹੈ ਜੋ ਕਿ ਇੱਕ ਵਧੀਆ ਤਜਰਬਾ ਹੋਵੇਗਾ ਅਤੇ ਆਮ ਲੋਕਾਂ ਨੂੰ ਇਸ ਦਾ ਸਿੱਧਾ ਲਾਭ ਮਿਲੇਗਾ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਦੁਆਬਾ NRI ਭਾਰਤੀਆਂ ਦਾ ਗੜ੍ਹ ਹੈ ਅਤੇ ਇੱਥੇ ਦੋਵੇਂ ਦੇਸ਼ਾਂ ਵਿੱਚ ਵੱਡੀ ਗਿਣਤੀ ਵਿੱਚ ਪ੍ਰਵਾਸੀ ਭਾਰਤੀ ਰਹਿੰਦੇ ਹਨ। ਇਸ ਦੇ ਨਾਲ ਹੀ ਇਸ ਫਲਾਈਟ ਨਾਲ ਵਧੀਆ ਸਹੂਲਤ ਵੀ ਉਹਨਾਂ ਨੂੰ ਮਿਲੇਗੀ। ਡਾਇਰੈਕਟਰ ਨੇ ਦੱਸਿਆ ਕਿ ਆਦਮਪੁਰ ਤੋਂ ਮੁੰਬਈ ਤੋਂ ਬਾਅਦ ਯਾਤਰੀਆਂ ਨੂੰ ਜਹਾਜ਼ ਬਦਲਣੇ ਪੈਣਗੇ ਪਰ ਟਿਕਟ ਅਤੇ ਬੋਰਡਿੰਗ ਉਹੀ ਰਹੇਗੀ। ਇਸ ਦੇ ਇਲਾਵਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸਮਾਨ ਲੈ ਕੇ ਆਉਣ ਦੀ ਲੋੜ ਨਹੀਂ ਪਵੇਗੀ। 에ਅਰਲਾਈਨ ਖੁਦ ਇਸ ਨੂੰ ਦੂਜੇ ਜਹਾਜ਼ ਵਿੱਚ ਸ਼ਿਫਟ ਕਰੇਗੀ। ਐਮਸਟਰਡਮ ਅਤੇ ਮੈਨਚੈਸਟਰ ਦੇ ਵਿੱਚ ਮੁੰਬਈ ਜ਼ਰੀਏ ਉਡਾਨ ਇੱਕ ਵਧੀਆ ਸੁਵਿਧਾ ਹੈ ਜਿਸ ਦਾ ਲੋਕਾਂ ਨੂੰ ਲਾਭ ਮਿਲੇਗਾ। ਐਮਸਟਰਡਮ ਪਹੁੰਚਣ ਵਿੱਚ 22 ਘੰਟੇ 40 ਮਿੰਟ ਲੱਗਣਗੇ। ਇਸ ਸਾਲ ਅਮਰੀਕਾ ਵੱਲੋਂ ਦੇਸ਼ ਨਿਕਾਲੇ ਕੀਤੇ ਗਏ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨਾਲ ਸੰਬੰਧਿਤ ਡੰਕੀ ਰੂਟ ਮਾਮਲੇ ਦੀ ਮਨੀ ਲਾਂਡਰਿੰਗ ਜਾਂਚ ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਤੇ ਹਰਿਆਣਾ ਦੇ ਕਈ ਸ਼ਹਿਰਾਂ ਦੇ ਵਿੱਚ ਛਾਪੇ ਮਾਰੇ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਦੋਵਾਂ ਸੂਬਿਆਂ ਦੇ ਘੱਟੋ-ਘੱਟ 11 ਸ਼ਹਿਰਾਂ ਜਿਨ੍ਹਾਂ 'ਚ ਅੰਮ੍ਰਿਤਸਰ, ਸੰਗਰੂਰ, ਪਟਿਆਲਾ, ਮੋਗਾ, ਅੰਬਾਲਾ, ਕੁਰੂਕਸ਼ੇਤਰ ਅਤੇ ਕਰਨਾਲ ਸ਼ਾਮਲ ਹਨ। ਉਹਨਾਂ 'ਚ ਸ਼ੱਕੀਆਂ ਅਤੇ ਏਜੰਟਾਂ ਦੇ ਦਫ਼ਤਰਾਂ ਤੇ ਘਰਾਂ ਤੇ ਮਨੀ ਲਾਂਡਰਿੰਗ ਰੋਕਥਾਮ ਐਕਟ ਅਧੀਨ ਤਲਾਸ਼ੀਆਂ ਲਈਆਂ ਗਈਆਂ। ਮਨੀ ਲਾਂਡਰਿੰਗ ਦਾ ਮਾਮਲਾ ਪੰਜਾਬ ਤੇ ਹਰਿਆਣਾ ਪੁਲਿਸ ਵੱਲੋਂ ਟਰੈਵਲ ਵੀਜ਼ਾ ਏਜੰਟਾਂ ਤੇ ਵਿਚੋਲਿਆਂ ਵਿਰੁੱਧ ਦਰਜ 17 FIRs ਤੇ ਪੈਦਾ ਹੋਇਆ ਹੈ ਜਿਨ੍ਹਾਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਦੀ ਕੋਸ਼ਿਸ਼ ਕਰਨ ਵਾਲੇ ਵੱਖ-ਵੱਖ ਲੋਕਾਂ ਨਾਲ ਧੋਖਾਧੜੀ ਕੀਤੀ ਸੀ। ਇਸ ਸਾਲ ਫਰਵਰੀ 'ਚ ਇਹਨਾਂ ਦੋਵਾਂ ਸੂਬਿਆਂ ਤੇ ਕੁਝ ਹੋਰ ਕਈ ਖੇਤਰਾਂ ਦੇ ਭਾਰਤੀਆਂ ਨੂੰ ਅਮਰੀਕੀ ਫੌਜੀ ਜਹਾਜ਼ਾਂ 'ਚ ਭਾਰਤ ਭੇਜ ਦਿੱਤਾ ਗਿਆ ਸੀ। ਬਾਅਦ ਵਿੱਚ ED ਨੇ ਕੁਝ ਡਿਪੋਰਟੀਆਂ ਦੇ ਬਿਆਨ ਦਰਜ ਕੀਤੇ ਸਨ। ਸੂਤਰਾਂ ਨੇ ਕਿਹਾ ਕਿ ਇਨ੍ਹਾਂ ਬਿਆਨਾਂ ਤੇ ਸੰਬੰਧਿਤ ਜਾਂਚਾਂ ਨੇ ਕੁਝ ਸ਼ੱਕੀਆਂ ਦੇ ਨਾਂ ਸਾਹਮਣੇ ਲਿਆਂਦੇ ਹਨ। ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਵਿਦੇਸ਼ ਜਾਣ ਦੀ ਇੱਛਾ ਰੱਖਣ ਵਾਲੇ ਮਾਸੂਮ ਲੋਕਾਂ ਨੂੰ ਏਜੰਟ ਨਿਸ਼ਾਨਾ ਬਣਾਉਂਦੇ ਸਨ ਅਤੇ ਕਾਨੂੰਨੀ ਢੰਗ ਨਾਲ ਅਮਰੀਕਾ ਭੇਜਣ ਦਾ ਝੂਠਾ ਵਾਅਦਾ ਕਰਕੇ ਹਰੇਕ ਵਿਅਕਤੀ ਤੋਂ 45 ਤੋਂ 50 ਲੱਖ ਰੁਪਏ ਵਸੂਲਦੇ ਸਨ। ਸੂਤਰਾਂ ਨੇ ਕਿਹਾ ਹੈ ਕਿ ਏਜੰਟ ਇਨ੍ਹਾਂ ਲੋਕਾਂ ਨੂੰ ਧੋਖਾ ਦਿੰਦੇ ਸਨ। ਉਹਨਾਂ ਨੂੰ ਸਮਗਲਰਸ ਤੇ ਮਾਫੀਆ ਰਾਹੀਂ ਖਤਰਨਾਕ ਜੰਗਲ ਦੇ ਰਸਤਿਆਂ ਰਾਹੀਂ ਕਈ ਦੇਸ਼ਾਂ ਦੀਆਂ ਸਰਹੱਦਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਪਾਰ ਕਰਾ ਕੇ ਡੰਕੀ ਰੂਟ ਰਾਹੀਂ ਅਮਰੀਕਾ ਭੇਜਿਆ ਜਾਂਦਾ ਸੀ। ਉਹਨਾਂ ਨੇ ਕਿਹਾ ਕਿ ਸਮਗਲਰਸ ਤੇ ਮਾਫੀਆ ਨਾਲ ਮਿਲ ਕੇ ਏਜੰਟ ਅਮਰੀਕਾ ਜਾਣ ਵਾਲੇ ਲੋਕਾਂ ਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਅਜਿਹੀ ਖਤਰਨਾਕ ਸਥਿਤੀ ਪੈਦਾ ਕਰਦੇ ਸਨ ਕਿ ਉਹਨਾਂ ਨੂੰ ਵੱਧ ਤੋਂ ਵੱਧ ਪੈਸੇ ਦੇਣ ਲਈ ਮਜਬੂਰ ਕੀਤਾ ਜਾਂਦਾ ਸੀ। ਗੁਜਰਾਤ ਦੇ ਵਡੋਦਰਾ ਨੇੜੇ ਮੁਜਪੁਰ ਵਿੱਚ ਲੰਘੇ ਦਿਨ ਪੁਲ ਢਹਿਣ ਦੀ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 13 ਹੋ ਗਈ ਹੈ। ਅਧਿਕਾਰੀਆਂ ਨੇ 2 ਹੋਰ ਲਾਸ਼ਾਂ ਮਿਲਣ ਦਾ ਦਾਅਵਾ ਕੀਤਾ। ਗੰਭੀਰਾ ਪਿੰਡ ਨੇੜੇ ਮਾਹੀ ਸਾਗਰ ਨਦੀ ਤੇ ਬਣੇ 4 ਦਹਾਕੇ ਪੁਰਾਣੇ ਪੁਲ ਦਾ ਇੱਕ ਹਿੱਸਾ ਢਹਿਣ ਕਰਕੇ ਕਈ ਵਾਹਨ ਨਦੀ ਵਿੱਚ ਡਿੱਗ ਗਏ।
ਵਡੋਦਰਾ ਦੇ ਡੀਐਸਪੀ ਰੋਹਨ ਆਨੰਦ ਨੇ ਕਿਹਾ ਕਿ ਬੁੱਧਵਾਰ ਰਾਤ ਨੂੰ ਮਾਹੀ ਸਾਗਰ ਨਦੀ ਵਿੱਚੋਂ 2 ਹੋਰ ਲਾਸ਼ਾਂ ਮਿਲਣ ਦੇ ਨਾਲ ਪੁਲ ਢਹਿਣ ਕਰਕੇ ਮਰਨ ਵਾਲਿਆਂ ਦੀ ਗਿਣਤੀ 13 ਹੋ ਗਈ ਹੈ। ਇਸ ਹਾਦਸੇ ਵਿੱਚ 5 ਜਣੇ ਜ਼ਖਮੀ ਹੋਏ ਸਨ ਜੋ ਇਸ ਵੇਲੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਜਿਨ੍ਹਾਂ 2 ਪੀੜਤਾਂ ਦੀਆਂ ਲਾਸ਼ਾਂ ਮਿਲੀਆਂ ਹਨ ਉਹਨਾਂ ਦੀ ਪਛਾਣ ਮਹਿਰਾਮ ਹਥਿਆ ਅਤੇ ਵਿਸ਼ਨੂੰ ਰਾਵਲ ਵਜੋਂ ਹੋਈ ਹੈ। ਅਧਿਕਾਰੀਆਂ ਦੇ ਅਨੁਸਾਰ ਗੰਭੀਰਾ ਮੁਜਪੁਰ ਪੁਲ ਦਾ ਇੱਕ ਹਿੱਸਾ ਜੋ ਕਿ ਮੱਧ ਗੁਜਰਾਤ ਰਾਜ ਦੇ ਸੌਰਾਸ਼ਟਰ ਖੇਤਰ ਨਾਲ ਜੋੜਦਾ ਹੈ, ਉਸ ਨਾਲ ਬੁੱਧਵਾਰ ਸਵੇਰੇ 7 ਵਜੇ ਦੇ ਕਰੀਬ ਇਹ ਢਹਿ ਗਿਆ। ਇਸ ਕਾਰਨ ਪੁਲ ਤੋਂ ਲੰਘ ਰਹੇ ਵਾਹਨ ਨਦੀ ਵਿੱਚ ਡਿੱਗ ਗਏ। ਆਨੰਦ ਨੇ ਕਿਹਾ ਕਿ ਬਚਾਏ ਗਏ 9 ਵਿਅਕਤੀਆਂ ਵਿੱਚੋਂ 5 ਨੂੰ ਸੱਟਾਂ ਲੱਗੀਆਂ ਅਤੇ ਉਹਨਾਂ ਦਾ ਵਡੋਦਰਾ ਦੇ SSG ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਹ ਵੀ ਕਿਹਾ ਕਿ ਜ਼ਖਮੀਆਂ ਵਿੱਚੋਂ ਕਿਸੇ ਦੀ ਵੀ ਹਾਲਤ ਗੰਭੀਰ ਨਹੀਂ ਹੈ। ਇੱਕ ਸਰਕਾਰੀ ਰਿਲੀਜ਼ ਵਿੱਚ ਕਿਹਾ ਗਿਆ ਕਿ ਸੜਕ ਅਤੇ ਇਮਾਰਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਇੱਕ ਟੀਮ ਵੀਰਵਾਰ ਸਵੇਰੇ ਇੱਥੇ ਪਹੁੰਚੀ ਉੱਚ ਪੱਧਰੀ ਜਾਂਚ ਕਰਨ ਲਈ ਪਹੁੰਚੀ। ਇਸ ਤੋਂ ਇਲਾਵਾ NDRF ਅਤੇ ਹੋਰ ਏਜੰਸੀਆਂ ਵੱਲੋਂ ਨਦੀ ਵਿੱਚ ਖੋਜ ਅਤੇ ਬਚਾਅ ਕਾਰਜ ਚਲਾਇਆ ਜਾ ਰਿਹਾ ਸੀ। ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਵਡੋਦਰਾ ਦੇ ਕਲੈਕਟਰ ਅਨਿਲ ਤਮੇਲੀਆ ਸਮੇਤ ਵੱਖ-ਵੱਖ ਅਧਿਕਾਰੀ ਸਵੇਰੇ ਮੌਕੇ ਤੇ ਉੱਤੇ ਪਹੁੰਚੇ ਅਤੇ ਕਾਰਵਾਈ ਦਾ ਨਿਰੀਖਣ ਕੀਤਾ, ਜਦਕਿ ਮਾਲੀਆ ਅਧਿਕਾਰੀ ਅਤੇ ਪੁਲਿਸ ਟੀਮਾਂ ਨੇ ਰਾਤ ਭਰ ਤੋਂ ਡੇਰੇ ਲਾਏ ਹੋਏ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬਿਨਾਂ ਕਿਸੇ ਕਾਰਨ ਪਰੇਸ਼ਾਨ ਨਹੀਂ ਹੋਏ ਸਨ। ਮੌਜੂਦਾ ਸਾਲ ਦੇ ਪਹਿਲੇ ਹਾਫ 'ਚ ਡਾਲਰ ਇੰਡੈਕਸ 'ਚ 45 ਸਾਲਾਂ ਹੀ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸਾਲ 2025 ਦੇ ਪਹਿਲੇ 6 ਮਹੀਨਿਆਂ 'ਚ ਡਾਲਰ ਇੰਡੈਕਸ 'ਚ ਕਰੀਬ 11% ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਜਾਣਕਾਰਾਂ ਦੀਆਂ ਮੰਨੀਏ ਤਾਂ 1980 ਤੋਂ ਬਾਅਦ ਕਿਸੇ ਛਿਮਾਹੀ 'ਚ ਡਾਲਰ ਇੰਡੈਕਸ ਦਾ ਇੰਨਾ ਮਾੜਾ ਹਾਲ ਦੇਖਣ ਨੂੰ ਨਹੀਂ ਮਿਲਿਆ। ਅਤੇ ਦੂਜੇ ਪਾਸੇ ਰੁਪਏ 'ਚ ਵੀ ਇਸ ਦੌਰਾਨ ਗਿਰਾਵਟ ਦੇਖਣ ਨੂੰ ਮਿਲੀ ਹੈ, ਪਰ ਇੰਨੀ ਵੱਡੀ ਨਹੀਂ ਜਿੰਨੀ ਵੱਡੀ ਡਾਲਰ 'ਚ ਦੇਖਣ ਨੂੰ ਮਿਲੀ ਹੈ। ਜੇਕਰ ਗੱਲ ਬੁੱਧਵਾਰ ਦੀ ਹੀ ਕਰੀਏ ਤਾਂ ਡਾਲਰ ਦੇ ਮੁਕਾਬਲੇ 'ਚ ਰੁਪਏ 'ਚ ਕਾਫੀ ਉਤਾਰ ਚੜਾਅ ਦੇਖਣ ਨੂੰ ਮਿਲਿਆ। ਸਵੇਰ ਦੇ ਸਮੇਂ 'ਚ ਰੁਪਏ 'ਚ 20 ਪੈਸੇ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਪਰ ਕਾਰੋਬਾਰੀ ਸੈਸ਼ਨ ਦੇ ਅਖੀਰ ਤੱਕ ਰੁਪਏ ਨੇ ਨਾ ਸਿਰਫ ਆਪਣੀ ਗਿਰਾਵਟ ਨੂੰ ਰਿਕਵਰ ਕੀਤਾ, ਸਗੋਂ ਵਾਧੇ ਦੇ ਨਾਲ ਬੰਦ ਹੋਇਆ। ਕਰੰਸੀ ਮਾਰਕੀਟ 'ਚ ਰੁਪਇਆ ਬੀਤੇ ਦਿਨ 6 ਪੈਸੇ ਦੇ ਵਾਧੇ ਦੇ ਨਾਲ 85.67 ਰੁਪਏ ਪ੍ਰਤੀ ਡਾਲਰ ਦੇ ਬੰਦ ਹੋਇਆ। ਵਿਦੇਸ਼ੀ ਕਰੰਸੀ ਕਾਰੋਬਾਰੀਆਂ ਨੇ ਦੱਸਿਆ ਕਿ ਅਮਰੀਕਾ ਦੇ ਨਾਲ ਸੰਭਾਵੀ ਵਪਾਰ ਸਮਝੌਤੇ ਨੂੰ ਲੈ ਕੇ ਆਸ਼ਾਵਾਦ ਅਤੇ ਜਵਾਬੀ ਟੈਰਿਫ ਨੂੰ ਕੁਝ ਹੋਰ ਸਮੇਂ ਲਈ ਟਾਲਣ ਦੇ ਫੈਸਲੇ ਨਾਲ ਘਰੇਲੂ ਕਰੰਸੀ ਨੂੰ ਬਲ ਮਿਲਿਆ। ਹਾਲਾਂਕਿ ਵਿਦੇਸ਼ੀ ਬਾਜ਼ਾਰਾਂ 'ਚ ਅਮਰੀਕੀ ਡਾਲਰ 'ਚ ਮਜ਼ਬੂਤੀ ਅਤੇ ਕੱਚੇ ਤੇਲ ਦੇ $70 ਪ੍ਰਤੀ ਬੈਰਲ ਦੇ ਆਸ-ਪਾਸ ਬਣੇ ਰਹਿਣ ਨਾਲ ਰੁਪਏ ਦਾ ਮੁਨਾਫਾ ਸੀਮਿਤ ਰਿਹਾ। ਜਾਣਕਾਰਾਂ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਟਰੰਪ ਪਾਲਿਸੀਜ਼ ਤੇ ਕੰਮ ਹੋ ਰਿਹਾ ਹੈ, ਉਸ ਦੀ ਵਜ੍ਹਾ ਨਾਲ ਡਾਲਰ ਇੰਡੈਕਸ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਆਉਣ ਵਾਲੇ ਦਿਨਾਂ 'ਚ ਇਸ 'ਚ ਹੋਰ ਗਿਰਾਵਟ ਵੇਖੀ ਜਾ ਸਕਦੀ ਹੈ। ਇਸ 'ਚ 6 ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਡਾਲਰ ਇੰਡੈਕਸ ਬੁੱਧਵਾਰ ਨੂੰ 0.3% ਦੇ ਵਾਧੇ ਨਾਲ 97.2 ਤੇ ਪਹੁੰਚ ਗਿਆ। ਲੁਧਿਆਣਾ ਦੇ ਆਰਤੀ ਚੌਕ ਵਿੱਚ ਬੀਤੇ ਦਿਨੀ ਇੱਕ ਬੋਰੇ ਵਿੱਚ ਕੁੜੀ ਦੀ ਲਾਸ਼ ਸੁੱਟੇ ਜਾਣ ਦੇ ਮਾਮਲੇ ਵਿੱਚ ਸਨਸਨੀਖੇਜ ਖੁਲਾਸੇ ਹੋਏ ਹਨ। ਕੁੜੀ ਨੂੰ ਕਿਸੇ ਹੋਰ ਨੇ ਨਹੀਂ ਸਗੋਂ ਉਸਦੇ ਹੀ ਪਤੀ ਤੇ ਸੱਸ ਸਹੁਰੇ ਵੱਲੋਂ ਮਾਰਿਆ ਗਿਆ ਸੀ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂਕਿ ਪੁਲਿਸ ਨੇ ਅੱਜ ਤੱਕ ਇਸ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਇਸ ਬਾਰੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਤਲकांड ਬਾਰੇ ਖੁਲਾਸਾ ਕਰਨਗੇ। ਇਸ ਮਾਮਲੇ ਵਿੱਚ ਮ੍ਰਿਤਕਾ ਦੀ ਪਛਾਣ ਵੀ ਕਰ ਲਈ ਗਈ ਹੈ। ਮ੍ਰਿਤਕਾ ਰੇਸ਼ਮਾ ਹੈ ਜੋ ਸਰਕਿਟ ਹਾਊਸ ਨੇੜਲੇ ਇਲਾਕੇ ਦੀ ਰਹਿਣ ਵਾਲੀ ਸੀ। ਪੁਲਿਸ ਨੇ ਦੇਰ ਰਾਤ ਨੂੰ ਮ੍ਰਿਤਕਾ ਦੇ ਪਤੀ ਅਜੇ ਅਤੇ ਉਸਦੇ ਮਾਪਿਆਂ ਨੂੰ ਕਾਬੂ ਕਰ ਲਿਆ। ਇੱਥੇ ਦੱਸ ਦਈਏ ਕਿ ਬੀਤੇ ਦਿਨੀ ਮੋਟਰਸਾਈਕਲ ਸਵਾਰ 2 ਨੌਜਵਾਨ ਇੱਕ ਬੋਰੇ ਨੂੰ ਆਰਤੀ ਚੌਕ ਨੇੜੇ ਸੜਕ ਕਿਨਾਰੇ ਸੁੱਟ ਰਹੇ ਸਨ। ਇਸ ਦੌਰਾਨ ਜਦੋਂ ਉੱਥੇ ਮੌਜੂਦ ਲੋਕਾਂ ਨੇ ਉਹਨਾਂ ਨੂੰ ਰੋਕਿਆ ਤਾਂ ਉਹਨਾਂ ਨੇ ਕਿਹਾ ਕਿ ਬੋਰੇ ਵਿੱਚ ਅੰਬ ਹਨ। ਜਦੋਂ ਬੋਰੇ ਵਿੱਚੋਂ ਬਦਬੂ ਆਈ ਤਾਂ ਉਹਨਾਂ ਨੇ ਕਿਹਾ ਕਿ ਇਸ ਵਿੱਚ ਕੁੱਤਾ ਹੈ। ਲੋਕਾਂ ਨੇ ਸ਼ੱਕ ਪੈਣ ਤੇ ਪੁਲਿਸ ਨੂੰ ਇਸ ਦੀ ਸੂਚਨਾ ਵੀ ਦਿੱਤੀ, ਪਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਦੋਵੇਂ ਮੁਲਜ਼ਮ ਬੜੀ ਚਲਾਕੀ ਦੇ ਨਾਲ ਮੋਟਰਸਾਈਕਲ ਛੱਡ ਕੇ ਉੱਥੇ ਫਰਾਰ ਹੋ ਗਏ। ਜਦੋਂ ਪੁਲਿਸ ਨੇ ਆ ਕੇ ਬੋਰਾ ਖੋਲ ਕੇ ਵੇਖਿਆ ਤਾਂ ਵਿੱਚੋਂ ਇੱਕ ਕੁੜੀ ਦੀ ਲਾਸ਼ ਮਿਲੀ ਸੀ, ਜਿਸ ਨਾਲ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ ਸੀ। ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਯਾਨੀ ਕਿ AGTF ਨੇ ਇੱਕ ਇੰਟੈਲੀਜੈਂਸ ਆਧਾਰਿਤ ਆਪਰੇਸ਼ਨ ਦੌਰਾਨ ਪਾਕਿਸਤਾਨ ਦੀ ਖੁਫੀਆ ਏਜੰਸੀ ISI ਅਤੇ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੀ ਵੱਡੀ ਆਤੰਕੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਪੁਲਿਸ ਨੇ ਸਮੇਂ ਸਿਰ ਕਾਰਵਾਈ ਕਰਦਿਆਂ ਗੁਰਦਾਸਪੁਰ ਦੇ ਜੰਗਲਾਂ ਚੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਵਿਸਫੋਟਕ ਸਮਾਨ ਬਰਾਮਦ ਕੀਤਾ, ਜੋ ਕਿ ਪਾਕਿਸਤਾਨ 'ਚ ਬੈਠੇ ਅੱਤਵਾਦੀ ਹਰਵਿੰਦਰ ਸਿੰਘ ਉਰਫ ਰਿੰਦਾ ਦੇ ਸਾਥੀਆਂ ਤੱਕ ਪਹੁੰਚਾਏ ਜਾਣੇ ਸਨ। ਬਰਾਮਦ ਸਮਾਨ ਵਿੱਚ 2 AK-47 ਰਾਈਫਲਾਂ, 16 ਜਿੰਦਾ ਕਾਰਤੂਸ, 2 ਮੈਗਜ਼ੀਨ ਅਤੇ 2
P86 हैंड ग्रेनेड शामिल ਹਨ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਹਥਿਆਰ ਪਾਕਿਸਤਾਨ ਦੀਆਂ ਏਜੰਸੀਆਂ ਅਤੇ ਰਿੰਦਾ ਵੱਲੋਂ ਪੰਜਾਬ ਵਿੱਚ ਅਸ਼ਾਂਤੀ ਫੈਲਾਉਣ ਦੀ ਨੀਅਤ ਨਾਲ ਭੇਜੇ ਗਏ ਸਨ। ਪੁਲਿਸ ਦੀ ਇਹ ਕਾਰਵਾਈ ਇੱਕ ਵੱਡਾ ਹਮਲਾ ਰੋਕਣ ਵਿੱਚ ਸਫਲ ਰਹੀ ਹੈ। AGTF ਯਾਨੀ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਨੇ ਸਮੇਂ ਸਿਰ ਕਾਰਵਾਈ ਕਰਦਿਆਂ ISI ਅਤੇ ਰਿੰਦਾ ਦੀ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਗੁਰਦਾਸਪੁਰ ਦੇ ਥਾਣਾ ਪੁਰਾਣਾ ਸ਼ਾਲਾ ਇਲਾਕੇ ਦੇ ਜੰਗਲਾਂ ਚੋਂ ਜਿਹੜੇ ਹਥਿਆਰ ਬਰਾਮਦ ਕੀਤੇ ਗਏ ਹਨ, ਉਹਨਾਂ ਨੂੰ ਲੈ ਕੇ ਪੁਲਿਸ ਨੇ ਵਿਸਫੋਟਕ ਕਾਨੂੰਨ ਅਤੇ ਆਰਮਸ ਐਕਟ ਹੇਠ ਕੇਸ ਦਰਜ ਕਰ ਲਿਆ। ਅਧਿਕਾਰੀਆਂ ਦੇ ਅਨੁਸਾਰ ਮਾਮਲੇ ਦੀ ਅੱਗੇ ਦੀ ਜਾਂਚ ਜਾਰੀ ਹੈ ਅਤੇ ਜਲਦੀ ਹੀ ਉਹਨਾਂ ਲੋਕਾਂ ਦੀ ਪਛਾਣ ਕਰਕੇ ਗ੍ਰਿਫਤਾਰੀਆਂ ਕੀਤੀਆਂ ਜਾਣਗੀਆਂ ਜੋ ਰਿੰਦਾ ਨਾਲ ਮਿਲ ਕੇ ਪੰਜਾਬ ਵਿੱਚ ਇਸ ਹਥਿਆਰਾਂ ਦੀ ਖੇਪ ਰਾਹੀਂ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਹੇ ਸਨ। ਜਹਾਜ਼ ਹਾਦਸੇ ਦੀ ਜਾਂਚ ਬਾਰੇ ਬਿਊਰੋ ਅਹਿਮਦਾਬਾਦ ਵਿੱਚ ਪਿਛਲੇ ਮਹੀਨੇ 12 ਜੂਨ ਨੂੰ ਹੋਏ 에ਅਰ ਇੰਡੀਆ ਜਹਾਜ਼ ਹਾਦਸੇ ਬਾਰੇ ਆਪਣੀ ਮੁੱਢਲੀ ਰਿਪੋਰਟ ਇਸ ਹਫ਼ਤੇ ਜਨਤਕ ਕਰੇਗੀ। ਬਿਊਰੋ ਦੇ ਸਿਖਰਲੇ ਅਧਿਕਾਰੀਆਂ ਨੇ ਇਹ ਜਾਣਕਾਰੀ ਸੰਸਦੀ ਕਮੇਟੀ ਨੂੰ ਦਿੱਤੀ ਹੈ। ਹਾਦਸੇ ਵਿੱਚ 260 ਲੋਕਾਂ ਦੀ ਮੌਤ ਹੋ ਗਈ ਸੀ। ਸੂਤਰਾਂ ਨੇ ਕਿਹਾ ਕਿ ਅਜੇ ਤੱਕ ਕਿਸੇ ਵੀ ਰਿਪੋਰਟ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ ਤੇ ਭਾਰਤ ਵਿੱਚ ਹੁਣ ਤੱਕ ਦੇ ਸਭ ਤੋਂ ਭਿਆਨਕ ਹਵਾਈ ਹਾਦਸੇ ਦੀ ਜਾਂਚ ਅਜੇ ਵੀ ਜਾਰੀ ਹੈ। ਇਸ ਤੋਂ ਇਲਾਵਾ AAIB ਅਧਿਕਾਰੀਆਂ ਨੇ ਕਮੇਟੀ ਨੂੰ ਦੱਸਿਆ ਕਿ ਹਾਦਸਾਗ੍ਰਸਤ ਜਹਾਜ਼ ਦਾ ਬਲੈਕ ਬਾਕਸ ਤੇ ਵੌਇਸ ਰਿਕਾਰਡਰ ਬਿਲਕੁਲ ਠੀਕ ਹਨ ਤੇ ਇਸ ਵਿਚਲੇ ਡਾਟਾ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਨੇ ਕਿਹਾ ਕਿ ਵਿਸਤ੍ਰਿਤ ਤੇ ਮੁਕੰਮਲ ਜਾਂਚ ਲਈ ਜਹਾਜ਼ ਬਣਾਉਣ ਵਾਲੀ ਕੰਪਨੀ ਬੋਇੰਗ ਸਣੇ ਹੋਰਨਾਂ ਵਿਦੇਸ਼ੀ ਭਾਈਵਾਲਾਂ ਦੀ ਮਦਦ ਲਈ ਜਾ ਰਹੀ ਹੈ। AAIB ਨੇ ਹਾਦਸੇ ਤੋਂ ਇੱਕ ਦਿਨ ਮਗਰੋਂ ਜਾਂਚ ਸ਼ੁਰੂ ਕਰ ਦਿੱਤੀ ਸੀ ਤੇ ਆਲਮੀ ਪੱਧਰ ਤੇ ਨਿਰਧਾਰਤ ਮਾਪਦੰਡਾਂ ਦੇ ਅਨੁਸਾਰ ਆਪਣੇ ਡਾਇਰੈਕਟਰ ਜਨਰਲ GBG ਯੁਗਾਂਦਰ ਦੀ ਅਗਵਾਈ ਵਿੱਚ ਬਹੁ ਅਨੁਸ਼ਾਸਨੀ ਟੀਮ ਦਾ ਗਠਨ ਕੀਤਾ ਸੀ। ਸੂਤਰਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਵਿੱਚ ਇੰਨੀ ਮਹੱਤਵਪੂਰਨ ਜਾਂਚ ਹੋ ਰਹੀ ਹੈ। ਇਸ ਤੋਂ ਇਲਾਵਾ ਉਹਨਾਂ ਦੇ ਮੁਖੀ ਨੇ ਟਰਾਂਸਪੋਰਟ ਸੈਰ ਸਪਾਟਾ ਅਤੇ ਸੱਭਿਆਚਾਰ ਬਾਰੇ ਸੰਸਦ ਦੀ ਸਥਾਈ ਕਮੇਟੀ ਦੀ ਦਿਨ ਭਰ ਚੱਲੀ ਮੀਟਿੰਗ ਦੌਰਾਨ ਇਸ ਭਿਆਨਕ ਜਹਾਜ਼ ਹਾਦਸੇ ਬਾਰੇ ਕਈ ਸੰਸਦ ਮੈਂਬਰਾਂ ਦੇ ਸਵਾਲ ਦੇ ਜਵਾਬ ਵੀ ਦਿੱਤੇ। ਇਹ ਸੰਸਦੀ ਕਮੇਟੀ ਸ਼ਹਿਰੀ ਹਵਾਬਾਜ਼ੀ ਸੈਕਟਰ ਦੇ ਕੰਮਕਾਜ ਦੀ ਨਿਗਰਾਨੀ ਵੀ ਕਰਦੀ ਹੈ। ਇਸ ਤੋਂ ਇਲਾਵਾ JDU ਸੰਸਦ ਮੈਂਬਰ ਸੰਜੇ ਝਾ ਦੀ ਪ੍ਰਧਾਨਗੀ ਹੇਠ ਪੈਨਲ ਦੀ ਮੀਟਿੰਗ ਸਵੇਰੇ 10 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਦੇ ਕਰੀਬ ਸਮਾਪਤ ਹੋਈ। ਬੈਠਕ ਦੌਰਾਨ ਦੇਸ਼ ਦੀਆਂ ਸਾਰੀਆਂ 에ਅਰਲਾਈਨਸ ਦੇ ਮੁਖੀਆਂ ਨੇ ਹਵਾਈ ਸੁਰੱਖਿਆ ਬਾਰੇ ਪੇਸ਼ਕਾਰੀ ਦਿੱਤੀ। ਕਮੇਟੀ ਵਿੱਚ ਕਈ ਪਾਰਟੀਆਂ ਦੇ ਮੈਂਬਰ ਹਨ, ਜਿਨ੍ਹਾਂ ਵਿੱਚ ਸਾਬਕਾ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਜੀਵ ਪ੍ਰਤਾਪ ਰੂਡੀ, ਕਾਂਗਰਸ ਦੀ ਕੁਮਾਰੀ ਸ਼ੈਲਜ਼ਾ, ਨੀਰਜ ਟਾਂਗੀ ਅਤੇ ਇਮਰਾਨ ਪ੍ਰਤਾਪਗੜੀ ਅਤੇ ਭਾਜਪਾ ਦੇ ਸੁਰਿੰਦਰ ਸਿੰਘ ਨਾਗਰ ਅਤੇ ਤਾਪੀਰ ਗਾਊ ਸ਼ਾਮਲ ਹਨ। ਚੇਤੇ ਰਹੇ ਕਿ 에ਅਰ ਇੰਡੀਆ ਦਾ ਬੋਇੰਗ 7878 ਜਹਾਜ਼ 12 ਜੂਨ ਨੂੰ ਅਹਿਮਦਾਬਾਦ ਤੋਂ ਲੰਡਨ ਗੈਟਵਿਕ ਜਾ ਰਿਹਾ ਸੀ। ਉਡਾਨ AI-171 ਉਡਾਨ ਭਰਨ ਤੋਂ ਤੁਰੰਤ ਬਾਅਦ ਇੱਕ ਮੈਡੀਕਲ ਹੋਸਟਲ ਕੰਪਲੈਕਸ ਵਿੱਚ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿੱਚ ਘੱਟੋ-ਘੱਟ 260 ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਜਹਾਜ਼ ਵਿੱਚ ਸਵਾਰ 241 ਵਿਅਕਤੀ ਵੀ ਸ਼ਾਮਲ ਸਨ। ਇੱਕ ਯਾਤਰੀ ਚਮਤਕਾਰੀ ਢੰਗ ਨਾਲ ਹਾਦਸੇ ਵਿੱਚ ਬਚ ਗਿਆ। ਹਾਲਾਂਕਿ ਸ਼ੁਰੂਆਤੀ ਰਿਪੋਰਟ ਦੀ ਸੰਭਾਵਿਤ ਸਮਾਂ ਸੀਮਾ ਬਾਰੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ ਹੈ, ਪਰ AAIB ਦੇ ਉੱਚ ਸੂਤਰਾਂ ਨੇ ਕਿਹਾ ਹੈ ਕਿ ਸ਼ੁਰੂਆਤੀ ਰਿਪੋਰਟ ਨੂੰ ਇਸ ਹਫ਼ਤੇ ਅੰਤਿਮ ਰੂਪ ਦਿੱਤਾ ਜਾਵੇਗਾ। ਕੌਮਾਂਤਰੀ ਸ਼ਹਿਰੀ ਹਵਾਬਾਜ਼ੀ ਸੰਗਠਨ ਦੀ ਨੀਮਾਂ ਤਹਿਤ AAIB ਹਾਦਸੇ ਦੇ 30 ਦਿਨਾਂ ਅੰਦਰ ਇੱਕ ਸ਼ੁਰੂਆਤੀ ਰਿਪੋਰਟ ਦਾਖਲ ਕਰ ਸਕਦਾ ਹੈ। ਸੰਸਦੀ ਕਮੇਟੀ ਦੇ ਮੈਂਬਰਾਂ ਨੇ ਪਾਰਟੀ ਸਫਾ ਤੋਂ ਉੱਪਰ ਉੱਠ ਕੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਨੂੰ ਲੈ ਕੇ ਸਰਕਾਰੀ ਏਜੰਸੀਆਂ ਅਤੇ ਨਿੱਜੀ 에ਅਰਲਾਈਨਸ ਦੇ ਸਵਾਲ ਉਠਾਏ ਹਨ। ਸੁਰੱਖਿਆ ਦਾ ਮੁੱਦਾ ਪਿਛਲੇ ਮਹੀਨੇ ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ ਤੇਜ਼ੀ ਨਾਲ ਚਰਚਾ ਵਿੱਚ ਆਇਆ। ਸੂਤਰਾਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਦੱਸਿਆ ਗਿਆ ਕਿ ਅਹਿਮਦਾਬਾਦ ਹਾਦਸੇ ਤੋਂ ਬਾਅਦ ਭਾਰਤ ਵਿੱਚ ਘਰੇਲੂ 에ਅਰਲਾਈਨ ਟ੍ਰੈਫਿਕ ਵਿੱਚ 8% ਤੋਂ ਵੱਧ ਅਤੇ ਕੌਮਾਂਤਰੀ ਟ੍ਰੈਫਿਕ ਵਿੱਚ 1% ਤੋਂ ਘੱਟ ਦੀ ਗਿਰਾਵਟ ਆਈ ਹੈ। ਭਾਰਤ ਸਰਕਾਰ ਨੇ 3 ਜੁਲਾਈ ਨੂੰ X ਦੇ 2335 ਖਾਤਿਆਂ ਨੂੰ ਬਲੌਕ ਕਰਵਾਇਆ ਸੀ। ਹੁਣ ਇਹ ਸਾਰੇ ਖਾਤੇ ਅਨਬਲੌਕ ਕਰ ਦਿੱਤੇ ਗਏ ਹਨ। ਕਿਹਾ ਜਾਂਦਾ ਹੈ ਕਿ ਹੰਗਾਮੇ ਤੋਂ ਬਾਅਦ ਭਾਰਤ ਸਰਕਾਰ ਨੇ ਖੁਦ ਬੇਨਤੀ ਕੀਤੀ ਸੀ ਅਤੇ ਇਹਨਾਂ ਖਾਤਿਆਂ ਨੂੰ ਅਨਬਲੌਕ ਕਰਵਾਇਆ। ਇਸ ਸਮੇਂ ਭਾਰਤ ਸਰਕਾਰ ਵੱਲੋਂ ਇਸ ਮਾਮਲੇ ਬਾਰੇ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ। ਰਾਈਟਰਸ ਦਾ ਖਾਤਾ ਵੀ 24 ਘੰਟਿਆਂ ਲਈ ਬਲੌਕ ਕਰ ਦਿੱਤਾ ਗਿਆ ਸੀ, ਜਿਸ ਨੂੰ ਬਾਅਦ ਵਿੱਚ ਬਹਾਲ ਕਰ ਦਿੱਤਾ ਗਿਆ। ਐਤਵਾਰ ਸ਼ਾਮ ਨੂੰ ਇਸ ਸਬੰਧ ਵਿੱਚ X ਤੇ ਇੱਕ ਨੋਟਿਸ ਸਾਂਝਾ ਕੀਤਾ ਗਿਆ ਸੀ। ਇਸ ਤੋਂ ਪਤਾ ਲੱਗਾ ਕਿ ਕਾਨੂੰਨੀ ਕਾਰਵਾਈ ਦੀ ਮੰਗ ਦੇ ਜਵਾਬ ਵਿੱਚ ਰਾਈਟਰਸ ਦਾ ਖਾਤਾ ਬਲੌਕ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਸਰਕਾਰ ਨੇ ਕਿਹਾ ਕਿ ਖਾਤਾ ਬੰਦ ਕਰਨ ਲਈ ਕਿਸੇ ਕਾਨੂੰਨੀ ਕਾਰਵਾਈ ਦੀ ਲੋੜ ਨਹੀਂ ਸੀ। ਇਹਨਾਂ ਖਾਤਿਆਂ ਨੂੰ ਬਾਅਦ ਵਿੱਚ ਬਹਾਲ ਕਰ ਦਿੱਤਾ ਗਿਆ ਹੈ। ਇਸ ਸਮੇਂ X ਨੇ ਭਾਰਤ ਦੇ 2335 ਖਾਤਿਆਂ ਨੂੰ ਅਨਬਲੌਕ ਕਰ ਦਿੱਤਾ।
ਮਈ ਵਿੱਚ ਆਪਰੇਸ਼ਨ ਸਿੰਦੂਰ ਦੌਰਾਨ ਭਾਰਤ ਸਰਕਾਰ ਨੇ ਸੈਂਕੜੇ ਖਾਤਿਆਂ ਨੂੰ ਬਲੌਕ ਕਰ ਦਿੱਤਾ ਸੀ, ਪਰ ਉਸ ਸਮੇਂ ਵੀ ਰਾਈਟਰਸ ਹੈਂਡਲ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਇਸ ਵਾਰ ਭਾਰਤ ਸਰਕਾਰ ਦੀ ਬੇਨਤੀ ਤੇ ਐਕਸ ਨੇ 2335 ਖਾਤਿਆਂ ਦੇ ਨਾਲ-ਨਾਲ ਰਾਈਟਰਸ ਹੈਂਡਲ ਨੂੰ ਵੀ ਬਲੌਕ ਕਰ ਦਿੱਤਾ। ਇਸ ਤੋਂ ਬਾਅਦ ਭਾਰਤ ਸਰਕਾਰ ਨੇ ਹੁਣ ਸਾਰੇ ਖਾਤਿਆਂ ਨੂੰ ਅਨਬਲੌਕ ਕਰ ਦਿੱਤਾ ਹੈ। ਹੁਣ ਤੱਕ ਭਾਰਤ ਨੇ ਇਸ ਤੇ ਕਿਸੇ ਕਿਸਮ ਦਾ ਜਵਾਬ ਨਹੀਂ ਦਿੱਤਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਬਲੌਕ ਕੀਤੇ ਗਏ ਕੁਝ ਖਾਤੇ ਭਾਰਤ ਸਰਕਾਰ ਵਿੱਚ ਹੀ ਕੰਮ ਕਰਨ ਵਾਲੇ ਕੁਝ ਲੋਕਾਂ ਦੇ ਸਨ। ਇਸ ਨਾਲ ਹੰਗਾਮਾ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਸਰਕਾਰ ਨੂੰ ਅੱਗੇ ਆ ਕੇ ਇਨ੍ਹਾਂ ਸਾਰੇ ਖਾਤਿਆਂ ਨੂੰ ਅਨਬਲੌਕ ਕਰਨਾ ਪਿਆ। ਲਾਲ ਸਾਗਰ ਵਿੱਚ ਪਿਛਲੇ ਕੁਝ ਦਿਨਾਂ ਦੀ ਸ਼ਾਂਤੀ ਇੱਕ ਵਾਰ ਫਿਰ ਭੰਗ ਹੋ ਗਈ ਹੈ। ਯਮਨ ਦੇ ਈਰਾਨ ਸਮਰਥਿਤ ਹੂਤੀ ਵਿਦਰੋਹੀਆਂ ਦੁਆਰਾ ਹਮਲਾ ਕੀਤੇ ਗਏ 2 ਜਹਾਜ਼ਾਂ ਵਿੱਚੋਂ ਇੱਕ ਐਟਰਨਿਟੀ ਸੀ ਪੂਰੀ ਤਰ੍ਹਾਂ ਡੁੱਬ ਗਿਆ। ਇਸ ਘਟਨਾ ਨੇ ਇੱਕ ਵਾਰ ਫਿਰ ਲਾਲ ਸਾਗਰ ਵਿੱਚ ਜਹਾਜ਼ਾਂ ਦੀ ਸੁਰੱਖਿਆ ਬਾਰੇ ਗੰਭੀਰ ਸਵਾਲ ਖੜੇ ਕੀਤੇ ਹਨ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਸੋਮਵਾਰ ਅਤੇ ਫਿਰ ਮੰਗਲਵਾਰ ਨੂੰ ਸਮੁੰਦਰੀ ਡਰੋਨ ਅਤੇ ਰਾਕੇਟਸ ਨਾਲ ਹੂਤੀ ਵਿਦਰੋਹੀਆਂ ਦੁਆਰਾ ਜਹਾਜ਼ ਤੇ ਹਮਲਾ ਕੀਤਾ ਗਿਆ ਸੀ। बुधवार सवेर तक जहाज पूरी तरह पानी विच डुब गया सी। इस जहाज से सवार 25 चालक दल के मैंबरों विचों 6 नूं किसी तरह बचा लिया गया, पर 15 अजे भी लापता हैं, जबकि 4 की मौत की पुष्टि की गई है। हूतियां ने घटना का एक वीडियो जारी किया जिस विच जहाज के डैक ते एक छेक दिखाया जा सकता है। इस तो इलावा जहाज का अगला हिस्सा बिल्कुल उसी तरह खड़ा हो गया जिवें टाइटैनिक फिल्म विच दिखाया गया। बचाव कार्ज विच शामिल इकाइयां ने कहा कि जिन्हां 6 लोगों को बचाया गया उन्होंने समुद्र विच 24 घंटे तो वध समा तैरते हुए बिताए। खुद हूती समूह ने दावा किया है कि उन्होंने कुछ चालक दल के मैंबरों को भी बचाया है और उन्होंने सुरक्षित जगह पर पहुंचाया। जहाज से 21 फिलिपीन नागरिक, एक रूसी और 3 सुरक्षा गार्ड सन, जिन्हां विच एक यूनानी और एक भारतीय शामिल सी। बचाए गए लोगों विच भारतीय सुरक्षा गार्ड भी शामिल है। इस तो एक दिन पहला हूती समूह ने मैजिक सीज नामक एक होर जहाज से भी हमला किया सी। हालांकि इसके सारे चालक दल नूं समय सिर बचा लिया गया सी। भारतीय किसान यूनियन तोतेवाल के सूबा प्रधान सुख गिल के घर ईडी ने रेड की। जानकारी मुताबक सवेरे 5:30 बजे तो टीम उन्होंने घर की तलाशी लै रही है। सुख गिल घर ते मौजूद नहीं सन। उन्होंने एक वीडियो जारी करके दस्सिया कि उन्होंने विरुद्ध साजिशां रचिया जा रही हैं ਅਤੇ ਉਹਨਾਂ ਦੇ ਘਰ ਦੇ ਹਰ ਕੋਨੇ ਦੀ ਤਲਾਸ਼ੀ ਲਈ ਜਾ ਰਹੀ ਹੈ, ਪਰ ਕੁਝ ਵੀ ਨਹੀਂ ਮਿਲਿਆ। ਕਈ ਵਾਰ ਪੁਲਿਸ ਜਵਾਨ ਆਪਣੀ ਮਰਜ਼ੀ ਨਾਲ ਕੰਮ ਕਰਦੇ ਹਨ ਤਾਂ ਉਹ ਫਸ ਵੀ ਜਾਂਦੇ ਹਨ। ਅਪਰਾਧੀਆਂ ਤੇ ਕੇਸ ਦਰਜ ਕਰਨ ਵਾਲੀ ਪੁਲਿਸ ਦੇ ਇੱਕ ਜਵਾਨ ਤੇ ਹੀ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਹੋਇਆ। ਦਰਅਸਲ ਜਲੰਧਰ ਦਿਹਾਤੀ ਦੀ ਕ੍ਰਾਈਮ ਬ੍ਰਾਂਚ ਦੀ ਬਿਲਡਿੰਗ ਪੁਲਿਸ ਕਮਿਸ਼ਨਰੇਟ 'ਚ ਹੈ। ਪੁਲਿਸ ਵੱਲੋਂ ਨਸ਼ੇ ਦੇ ਕੇਸ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਸਿਪਾਹੀ ਦੀ ਗਲਤੀ ਕਾਰਨ ਹਵਾਲਾਤੀ ਕ੍ਰਾਈਮ ਬ੍ਰਾਂਚ ਵਿੱਚੋਂ ਫਰਾਰ ਹੋ ਗਿਆ। इस मामले विच क्राइम ब्रांच के इंचार्ज गुरशरण सिंह के बयानों के आधार पर फरार हवालाती और पुलिस जवान खिलाफ थाना नंबर 2 विच केस दर्ज किया गया। जानकारी के मुताबक FIR विच पुलिस नूं दिते बयानों विच गुरशरण सिंह ने कहा कि वह क्राइम ब्रांच का इंचार्ज है और पुलिस ने नशे के केस विच सुखराज सिंह सुखा पुत्र रतन सिंह वासी पिंड आमलपुर बक्का थाना करतारपुर नूं गिरफ्तार किया सी। बीते दिन वह हवालात विच सिपाही लवप्रीत सिंह की देखरेख में सी। इस दौरान सिपाही ने बिना इंचार्ज की इजाजत के मुलजम सुखराज नूं हवालात तो बाहर बाथरूम जाने लिए कढ़िया। चलाक सुखराज सिपाही नूं धक्का दे के फरार हो गया। पुलिस ने उसका पीछा भी किया पर वह पकड़ विच नहीं आया। उत्ते ही थाना नंबर 2 के SHO जसविंदर सिंह ने दस्सिया कि पुलिस ने फिलहाल सिपाही लवदीप सिंह खिलाफ केस दर्ज कर लिया और फरार हवालाती की भाल विच छापेमारी की जा रही है। भारतीय महिला क्रिकेट टीम ने इंग्लैंड विच अपनी पहली T20 सीरीज जीत के इतिहास रच दिता है। हरमनप्रीत कौर की अगवाई वाली टीम ने चौथे T20 मैच विच इंग्लैंड नूं 6 विकेटां दे नाल हरा के 5 मैचों की सीरीज विच 3-1 की अजेतू बना ली है। यह भारत की इंग्लैंड विच पहली T20 सीरीज जीत है। इंग्लैंड ने टॉस जीत के पहला बल्लेबाजी करने का फैसला किया, पर शुरुआती चंग नहीं रही, यानी शुरुआत जो सी चंगी नहीं रही। पावर प्ले विच ही ਉਹ 38 ਦੌੜਾਂ ਤੇ 2 ਵਿਕਟਾਂ ਗਵਾ ਬੈਠੇ। ਇਸ ਤੋਂ ਬਾਅਦ ਭਾਰਤੀ ਗੇਂਦਬਾਜ਼ਾਂ ਖਾਸ ਕਰਕੇ ਰਾਧਾ ਯਾਦਵ ਅਤੇ ਸ਼੍ਰੀ ਚਰਨੀ ਨੇ ਆਪਣੀ ਕੁਮਦਾਰ ਗੇਂਦਬਾਜ਼ੀ ਨਾਲ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਕੁਝ ਵੀ ਕਰਨ ਦਾ ਮੌਕਾ ਨਹੀਂ ਦਿੱਤਾ। ਰਾਧਾ ਯਾਦਵ ਨੇ 4 ਓਵਰਾਂ ਵਿੱਚ ਸਿਰਫ 15 ਦੌੜਾਂ ਦੇਖਦੀਆਂ 2 ਵਿਕਟਾਂ ਲਏ ਅਤੇ ਪਲੇਅਰ ਆਫ ਦਾ ਮੈਚ ਰਹੇ।
ਭਾਰਤ ਨੇ ਇੰਗਲੈਂਡ ਨੂੰ ਸਿਰਫ 126 ਦੌੜਾਂ ਤੇ ਰੋਕ ਦਿੱਤਾ, ਜਿਸ ਨੂੰ ਟੀਮ ਨੇ 6 ਵਿਕਟਾਂ ਅਤੇ 3 ਓਵਰ ਬਾਕੀ ਰਹਿੰਦਿਆਂ ਆਸਾਨੀ ਨਾਲ ਪਿੱਛਾ ਕੀਤਾ। ਭਾਰਤ ਦੀ ਪਹਿਲੀ ਸਲਾਮੀ ਜੋੜੀ ਸਮ੍ਰਿਤੀ ਮੰਦਾਨਾ ਅਤੇ ਸ਼ੇਫਾਲੀ ਵਰਮਾ ਨੇ ਮਜ਼ਬੂਤ ਸ਼ੁਰੂਆਤ ਦਿੱਤੀ ਅਤੇ 7 ਓਵਰਾਂ ਵਿੱਚ 54 ਦੌੜਾਂ ਦੀ ਸਾਂਝ ਬਣਾਈ। ਜੈਮੀਮਾ ਅਤੇ ਹਰਮਨਪ੍ਰੀਤ ਕੌਰ ਨੇ ਛੋਟੀਆਂ ਪਰ ਪ੍ਰਭਾਵਸ਼ਾਲੀ ਪਾਰੀਆਂ ਖੇਡੀਆਂ, ਟੀਮ ਨੂੰ ਜਿੱਤ ਦੇ ਨੇੜੇ ਲਿਆਇਆ। ਭਾਰਤ ਨੇ 18 ਗੇਂਦਾਂ ਅਤੇ 6 ਵਿਕਟਾਂ ਬਾਕੀ ਰਹਿੰਦਿਆਂ ਮੈਚ ਜਿੱਤ ਕੇ ਇਤਿਹਾਸਕ ਜਿੱਤ ਦਰਜ ਕਰਵਾਈ। ਇਸ ਜਿੱਤ ਨਾਲ ਭਾਰਤੀ ਮਹਿਲਾ ਟੀਮ ਨੇ ਇੰਗਲੈਂਡ ਵਿੱਚ ਆਪਣੀ ਪਹਿਲੀ T20 ਸੀਰੀਜ਼ ਜਿੱਤੀ ਹੈ ਅਤੇ ਟੀਮ ਦੇ ਸਪਿਨਰਸ ਦੀ ਸ਼ਾਨਦਾਰ ਗੇਂਦਬਾਜ਼ੀ ਇਸ ਉਪਲਬਧੀ ਦਾ ਮੁੱਖ ਕਾਰਨ ਰਹੀ। ਰਾਧਾ ਯਾਦਵ ਦੀ ਸ਼ਾਨਦਾਰ ਗੇਂਦਬਾਜ਼ੀ ਨੂੰ ਖਾਸ ਤੌਰ ਤੇ ਸਰਾਹਿਆ ਗਿਆ। ਇਹ ਸਾਂਝੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਪੰਜਾਬ ਮਿਲ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।